ਸਤਿ ਸ਼੍ਰੀ ਅਕਾਲ। ਚਲੋ ਚਲਿਏ ਵਿਦ ਬੇਅਰ ਟਰੈਵਲ ਦੇ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ ਜੀ। ਨਵਾਂ ਸਾਲ ਆਉਣ ਹੀ ਵਾਲਾ ਹੈ 2026 ਔਰ ਹੁਣੇ ਤੋਂ ਅਸੀਂ ਕਿਉਂ ਨਾ ਪੂਰੀ ਪਲਾਨਿੰਗ ਕਰ ਲਈਏ ਪੂਰੇ ਸਾਲ ਦੀ ਕਿ ਅਸੀਂ ਕਿੱਥੇ ਕਿੱਥੇ ਘੁੰਮਣ ਜਾਣਾ ਹੈ। ਤੇ ਅੱਜ ਫੇਰ ਮਨਦੀਪ ਜੀ ਹਾਜ਼ਰ ਆ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਔਰ ਅਸੀਂ ਉਹਨਾਂ ਨੂੰ ਹੁਣ ਸਿੱਧਾ ਇਹੀ ਪੁੱਛਦੇ ਹਾਂ ਕਿ ਤੁਸੀਂ ਸਾਨੂੰ ਅੱਜ ਕਿੱਥੇ ਲੈ ਕੇ ਚੱਲੇ ਆ। ਸਤਿ ਸ਼੍ਰੀ ਅਕਾਲ ਰੀਮਾ ਜੀ, ਕਿੱਦਾਂ ਠੀਕ ਹੋ? ਬਸ ਵਧੀਆ, ਤੁਸੀਂ ਗੁੱਡ, ਸੁਣਾਓ। ਮੈਂ ਬਿਲਕੁਲ ਠੀਕ ਹਾਂ, ਥੈਂਕ ਯੂ ਸੋ ਮਚ। ਤੁਸੀਂ ਮੈਨੂੰ ਦੱਸੋ ਕਿੱਥੇ ਜਾਣਾ ਪਸੰਦ ਕਰੋ? बाली, इंडोनेशिया, टर्की, ऑफ कोर्स इंडिया। इंडिया तो मैं जाती रहनी वैसे, पर मैं जिन्नी बारी भी मर्जी चले जावां, आई लव इंडिया। पर बाली, टर्की, इंडोनेशिया डेफिनेटली आई वांट टू गो, एंड सिंगापुर ऑफ कोर्स, दैट्स ਚਲੋ, ब्यूटीफुल, आई हैवंट सीन ਸੋ ਦ ਗੁੱਡ ਥਿੰਗ ਇਜ਼ ਅਸੀਂ ਇਹ ਸਾਰੇ ਡੈਸਟੀਨੇਸ਼ਨ ਕਵਰ ਕਰਦੇ ਹੋ ਤੇ ਕਰਦੇ ਹਾਂ ਤੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ whenever you want to। दैट्स ग्रेट। चलो इस तो पहला ਅਸੀਂ ਕਿ ਜੀ ਤੁਹਾਨੂੰ ਪੁੱਛੇ ਕਿ ਸਾਡਾ ਟੂਰ ਕਿੱਥੇ ਚੱਲਾ ਅੱਜ ਦਾ, ਕੋਈ ਟਰੈਵਲ ਅਪਡੇਟਸ ਹੈ ਤਾਂ ਸਾਨੂੰ ਦੱਸੋ। ਜੀ ਰੀਮਾ ਜੀ, ਅੱਜ ਦੇ ਜਿਹੜੇ ਟਰੈਵਲ ਅਪਡੇਟਸ ਹੈ ਉਹਦੇ ਵਿੱਚ ਯੂਏ ਨੇ ਅਨਾਉਂਸ ਕੀਤਾ ਹੈ ਕਿ ਜਿਹੜੇ ਪਾਕਿਸਤਾਨੀ ਆਰਡੀਨਰੀ ਪਾਸਪੋਰਟਸ ਹੈ ਉਹਨਾਂ ਵਾਸਤੇ ਉਹ ਵੀਜ਼ੇ ਨਹੀਂ ਇਸ਼ੂ ਕਰ ਰਹੇ ਹੈਗੇ। ਸੋ ਕਾਫੀ ਸਾਰੀ ਨਾ ਉੱਥੇ ਇਨਕੁਆਇਰੀਜ਼ ਚੱਲ ਰਹੀ ਹੈਗੀਆਂ, ਜਿਹੜੀ ਕਿ ਕ੍ਰਾਈਮ ਬੇਸਡ ਇਨਕੁਆਇਰੀਜ਼ ਹੈ ਜਿਹੜੀ ਕਿ ਕਾਫੀ ਪਾਕਿਸਤਾਨੀ ਨੈਸ਼ਨਲਸ ਦੇ ਨਾਲ ਜੁੜੀਆਂ ਹੋਈਆਂ। ਸੋ ਐਟ ਦ ਮੋਮੈਂਟ ਯੂਏ ਨੇ ਡਿਸੀਜਨ ਲਿੱਤਾ ਹੈ ਕਿ ਪਾਕਿਸਤਾਨੀ ਜਿਹੜੇ ਤੇ ਡਿਪਲੋਮੈਟਿਕ ਪਾਸਪੋਰਟਸ ਹੈਗੇ ਆ ਉਹਨਾਂ ਨੂੰ ਵੀਜ਼ਾ ਇਸ਼ੂ ਕਰਨਗੇ, ਮਗਰ ਜਿਹੜਾ ਆਰਡੀਨਰੀ ਪਾਕਿਸਤਾਨੀ ਪਾਸਪੋਰਟ ਹੈ ਉਹਨੂੰ ਫॉर ਦ ਟਾਈਮ ਬੀਇੰਗ ਉਹਨਾਂ ਨੇ ਵੀਜ਼ੇ ਨਹੀਂ ਇਸ਼ੂ ਕਰ ਰਹੇ ਹੈਗੇ ਆ। ਸੋ ਜਿਹੜੇ ਮਗਰ ਪਾਕਿਸਤਾਨੀ ਨੈਸ਼ਨਲਸ ਆਲਰੇਡੀ ਯੂਏ ਦੇ ਵਿੱਚ ਹੈਗੇ ਆ ਉਹਨਾਂ ਨੂੰ ਇਹ ਨਹੀਂ ਇਫੈਕਟ ਕਰੇਗੀ ਚੀਜ਼, ਮਗਰ ਜਿਹੜੇ ਪਾਕਿਸਤਾਨ ਦੇ ਵਿੱਚ ਹੈਗੇ ਆ ਜਾਂ ਤੁਸੀਂ ਓਵਰਸੀਜ਼ ਜਿੱਥੇ ਮਰਜ਼ੀ ਹੋ, ਅਗਰ ਤੁਸੀਂ ਪਾਕਿਸਤਾਨ ਨੈਸ਼ਨਲ ਹੋ, ਯੂਏ ਦਾ ਵੀਜ਼ਾ ਜੇ ਤੁਸੀਂ ਅਪਲਾਈ ਕਰੋਗੇ ਤੇ ਆਟੋਮੈਟਿਕਲੀ ਇਸ ਵਕਤ ਰਿਜੈਕਟ ਹੋ ਜਾਏਗਾ। ਜੀ ਐਂਡ ਉਸ ਤੋਂ ਇਲਾਵਾ ਯੂਕੇ ਨੇ ਅਨਾਉਂਸ ਕੀਤਾ ਹੈ। ਸੋ ਕਈ ਕੰਟਰੀਜ਼ ਹੈ ਰੀਮਾ ਜੀ, ਜਦੋਂ ਹੁਣ ਜਿੱਦਾਂ ਫੋਰ ਐਗਜ਼ਾਮਪਲ EU ਹੈਗਾ, ਯੂਰੋਪੀਅਨ ਕੰਟਰੀਜ਼ ਹੈਗੀ ਹੈ ਜਿਨ੍ਹਾਂ ਨੂੰ ਵੀਜ਼ਾ ਅਪਲਾਈ ਨਹੀਂ ਕਰਨਾ ਪੈਂਦਾ ਯੂਕੇ ਆਉਣ ਵਾਸਤੇ। ਸੋ ਉਹਨਾਂ ਕੰਟਰੀਜ਼ ਦੇ ਵਾਸਤੇ ਯੂਕੇ ਨੇ ਅਨਾਉਂਸ ਕੀਤਾ ਹੈਗਾ ਕਿ ਹੁਣ ਤੋਂ ETA ਲੈਣਾ ਪਏਗਾ। ਹੁਣ ਤੋਂ ਨਹੀਂ, ਮਤਲਬ 25 ਫੈਬਰੂਅਰੀ ਤੋਂ ਬਾਅਦ, ਵੈਸੇ ਤਾਂ ਹੁਣ ਵੀ ETA ਲੈ ਕੇ ਆ ਸਕਦੇ ਆ, ਮਗਰ 25 ਫੈਬ ਤੋਂ ਬਾਅਦ ਬਿਨਾਂ ETA ਦੇ, ETA ਇਜ਼ ਇਲੈਕਟ੍ਰੋਨਿਕ ਟਰੈਵਲ ਆਥੋਰਾਈਜ਼ੇਸ਼ਨ। ਸੋ ਉਸ ਤੋਂ ਬਗੈਰ ਕੋਈ ਵੀ ਯੂਕੇ ਦੇ ਵਿੱਚ ਟਰੈਵਲ ਨਹੀਂ ਕਰ ਸਕੇਗਾ ਫਰੋਮ ਯੂਰਪ। ਯੂਰਪ ਐਕਚੁਅਲੀ ਇਜ਼ ਦ ਲਿਸਟ ਆਫ 85 ਕੰਟਰੀਜ਼ ਜਿਨ੍ਹਾਂ ਤੋਂ ਐਕਚੁਅਲੀ ਯੂਕੇ ਨੂੰ, ਹੁਣ ਜਿੱਦਾਂ ਇੰਡੀਆ, ਪਾਕਿਸਤਾਨ ਜਾਂ ਕਾਫੀ ਏਸ਼ੀਅਨ ਕੰਟਰੀਜ਼ ਹੈ ਜਿੱਦਾਂ ਥਾਈਲੈਂਡ ਹੈ, ਤੁਹਾਨੂੰ ਆਉਣ ਤੋਂ ਪਹਿਲੇ ਵੀਜ਼ਾ ਲੈਣਾ ਪੈਂਦਾ। ਸੋ ਜਿਨ੍ਹਾਂ ਨੂੰ ਵੀਜ਼ਾ ਲੈਣਾ ਪੈਂਦਾ ਉਹਨਾਂ ਨੂੰ ਤਾਂ ਲੈਣਾ ਪਏਗਾ ਹੀ ਪਏਗਾ, ਮਗਰ ਜਿਹੜੀ ਕੰਟਰੀਜ਼ ਨੂੰ ਪਹਿਲੇ ਵੀਜ਼ਾ ਨਹੀਂ ਲੈਣਾ ਪੈਂਦਾ ਸੀਗਾ ਉਹਨਾਂ ਨੂੰ ਹੁਣ ETA ਲੈਣਾ ਪਏਗਾ। ਜਿੱਦਾਂ ਅਸੀਂ ਜਦੋਂ ਅਮਰੀਕਾ ਟਰੈਵਲ ਕਰਦੇ ਆ, ਕੈਨੇਡਾ, ਬ੍ਰਿਟਿਸ਼ ਪਾਸਪੋਰਟ ਹੋਲਡਰਸ ਜਾਂ ਆਸਟ੍ਰੇਲੀਆ ਟਰੈਵਲ ਕਰਦੇ ਆ ਤਾਂ ਸਾਨੂੰ ETA ਲੈਣਾ ਪੈਂਦਾ ਹੈ। ਉਹਦਾ ਰੀਜ਼ਨ ਉਹ ਹੁੰਦਾ ਹੈ, ਇਹ ਹੁੰਦਾ ਹੈ ਰੀਮਾ ਜੀ ਕਿ ਜਦੋਂ ETA ਕੋਈ ਅਪਲਾਈ ਕਰਦਾ ਨਾ ਤੇ ਆਪਣੀ ਸਾਰੀ ਡੀਟੇਲਸ ਉਹਦੇ ਵਿੱਚ ਪਾਉਂਦਾ ਹੈਗਾ, ਬਾਇਓਮੈਟ੍ਰਿਕਸ ਹੁੰਦੇ ਆ। ਸੋ ਉਹਦੇ ਵਿੱਚ ਇਹ ਹੁੰਦਾ ਹੈ ਕਿ ਫਲੈਗ ਅਪ ਹੋ ਜਾਂਦਾ ਹੈ ਕਿ ਅਗਰ ਕਿਸੇ ਦਾ ਜਿਹੜਾ ਪਾਸਪੋਰਟ ਹੈ ਜਾਂ ਕਿਸੇ ਦਾ ਨਾਮ ਹੈ, ਕੋਈ ਕ੍ਰਿਮੀਨਲ ਰਿਕਾਰਡ ਹੈ ਜਾਂ ਕੁਝ ਏਦਾਂ ਦਾ ਹੈਗਾ, ਤੇ ਉਹ ਪਹਿਲੇ ਹੀ ਕਿ ਉਹ ਬਾਰਡਰ ਤੱਕ ਪਹੁੰਚੇ ਹੀ ਨਾ ਤੇ ਪਹਿਲੇ ਰਿਜੈਕਟ ਕਰ ਦੇਣ ਉਹਦਾ ETA। ਸੋ ਜੇ ETA ਰਿਜੈਕਟ ਹੋ ਜਾਏਗਾ ਤੇ ਉਹ ਵੈਸੇ ਹੀ ਨਹੀਂ ਟਰੈਵਲ ਕਰ ਸਕਣਗੇ। ਸੋ ਕ੍ਰਿਮੀਨਲਸ ਘੱਟ ਆ ਸਕਣ, ਫਰਾਡਸਟਰਸ ਘੱਟ ਆ ਸਕਣ ਯੂਕੇ ਦੇ ਵਿੱਚ, ਇਸ ਕਰਕੇ ਉਹਨਾਂ ਨੇ ਇਹ ਸਟੈਪ ਚੁੱਕਿਆ ਹੈਗਾ ਯੂਕੇ ਗਵਰਨਮੈਂਟ ਆਪਣੇ ਬਾਰਡਰ ਜ਼ਿਆਦਾ ਸਿਕਿਉਰ ਕਰਨ ਵਾਸਤੇ। ਔਰ ਇਹ ਕਦੋਂ ਸ਼ੁਰੂ ਹੋ ਰਿਹਾ ਯੂਕੇ ਵਾਲਾ? ਸੋ ਆਲਰੇਡੀ ਵੈਸੇ ਇੰਪਲੀਮੈਂਟਡ ਹੈ, ਮਗਰ 25 ਫੈਬਰੂਅਰੀ ਨੂੰ ਇਹ ਉਸ ਤੋਂ ਮਤਲਬ ਹੁਣ ਤੇ ਤੁਸੀਂ ETA ਲਾਓ ਨਾ ਲਾਓ ਤੁਸੀਂ ਟਰੈਵਲ ਸਟਿਲ ਕਰ ਸਕਦੇ ਹੋ, ਮਗਰ 25 ਫੈਬ ਤੋਂ ਬਾਅਦ ETA ਲੈਣਾ ਹੀ ਪੈਣਾ। 25 ਫੈਬਰੂਅਰੀ 2026। ਵਾਓ, ਓਕੇ। ਸੋ ਇਹ ਬਹੁਤ ਜ਼ਰੂਰੀ ਦੋ ਟਰੈਵਲ ਅਪਡੇਟ ਸੀ ਤੁਹਾਡੇ ਵਾਸਤੇ। ਤੇ ਹੁਣ ਸਾਡਾ ਕੁਐਸਚਨ ਕਿ ਤੁਸੀਂ ਸਾਨੂੰ ਹੁਣ ਕਿੱਥੇ ਲੈ ਕੇ ਚੱਲੇ ਆ। ਸੋ ਜਿੱਦਾਂ ਹੁਣ ਤੁਸੀਂ ਮੈਂਸ਼ਨ ਵੀ ਕੀਤਾ ਸੀਗਾ, ਇਜ਼ ਵਨ ਆਫ ਦੋਸ ਕੰਟਰੀਜ਼ ਐਂਡ ਵਨ ਆਫ ਦ ਮੋਸਟ ਬਿਊਟੀਫੁਲ, ਮਾਈ ਪਰਸਨਲ ਫੇਵਰਿਟ ਐਸ ਵੈਲ। ਅਸੀਂ ਤੁਹਾਨੂੰ ਲੈ ਕੇ ਜਾ ਰਹੇ ਟਰਕੀ। ਓ ਵਾਓ, ਟਰਕੀ। ਜੀ ਐਂਡ ਟਰਕੀ ਦੇ ਟੂਰਸ ਜਿਹੜੇ ਆ ਨਾ ਬਹੁਤ ਹੀ ਵਧੀਆ ਹੁੰਦੇ ਆ ਐਂਡ ਇਜ਼ ਵੈਰੀ ਵਾਈਬ੍ਰੈਂਟ, ਕਿਉਂਕਿ ਜਿਹੜੇ ਟਰਕੀ ਦੇ ਵਿੱਚ ਅਸੀਂ ਸਿਟੀਜ਼ ਕਵਰ ਕਰਦੇ ਆ ਨਾ ਉਹ ਸਾਰੀਆਂ ਹੀ ਇੱਕ ਦੂਸਰੇ ਤੋਂ ਬਿਲਕੁਲ ਅਲੱਗ ਹੈ। ਕਲਚਰ ਅਲੱਗ ਹੈ, ਉੱਥੇ ਦੇ ਖਾਣੇ ਅਲੱਗ ਹੈ, ਲੋਕ ਅਲੱਗ ਹੈ, ਈਵਨ ਜਿਹੜੀ ਚੀਜ਼ਾਂ ਤੁਸੀਂ ਦੇਖਦੇ ਹੋ ਬਿਲਕੁਲ ਅਲੱਗ ਹੈਗੀ ਜੀ। ਪਹਿਲਾਂ ਅਸੀਂ ਕਿੱਥੇ ਲੈਂਡ ਹੁੰਦੇ ਆ? ਇਸਤਾਂਬੁਲ ਜੀ। ਸੋ ਸਭ ਤੋਂ ਪਹਿਲੇ ਅਸੀਂ ਟਰਕੀ ਦੇ ਵਿੱਚ ਲੈਂਡ ਹੁੰਦੇ ਆ ਇਸਤਾਂਬੁਲ। ਤੁਹਾਨੂੰ ਪਤਾ ਟਰਕੀ ਦੀ ਕੈਪੀਟਲ ਕਿਹੜੀ ਹੈ? ਇਸਤਾਂਬੁਲ ਦਾ ਨਾਮ ਹੈ ਨਾ, ਸੁਣਿਆ ਕਿ ਲੱਗਦਾ ਕਿ ਇਹੀ ਹੋਣੀ ਆ। ਸੋ ਕਾਫੀ ਲੋਕ ਸੋਚਦੇ ਆ ਕਿ ਜਿਹੜੇ ਇਸਤਾਂਬੁਲ ਇਜ਼ ਦ ਮੋਸਟ ਫੇਮਸ ਸਿਟੀ ਇਨ ਟਰਕੀ, ਮਗਰ ਕਾਫੀ ਲੋਕ ਸੋਚਦੇ ਆ ਕਿ ਟਰਕੀ ਦੀ ਜਿਹੜੀ ਕੈਪੀਟਲ ਹੈ ਉਹ ਇਸਤਾਂਬੁਲ ਹੈ, ਮਗਰ ਟਰਕੀ ਦੀ ਕੈਪੀਟਲ ਇਸਤਾਂਬੁਲ ਨਹੀਂ ਹੈ। ਫਿਰ ਕੀ ਹੈ? ਸੋ ਟਰਕੀ ਦੀ ਕੈਪੀਟਲ ਹੈ ਅੰਕਾਰਾ।
ਅੰਕਾਰਾ ਜੀ ਜੀ ਸਿਰਫ ਟਰਕੀ ਨਹੀਂ ਕਾਫੀ ਕੰਟਰੀਜ਼ ਅਸੀਂ ਜਿੱਦਾਂ ਹੁਣ ਮੋਰੋਕੋ ਅਸੀਂ ਟਰੈਵਲ ਕਰਦੇ ਆ ਕਾਫੀ ਲੋਕ ਸੋਚਦੇ ਕਿ ਉਹਦੀ ਕੈਪੀਟਲ ਮਾਰਾਕੇਸ਼ ਹੈ ਹਾਂਜੀ ਵਿਚ ਇਜ਼ ਨਾਟ ਇਸਲਾਮਾਬਾਦ yeah ਸੋ ਏਦਾਂ ਹੀ ਟਰਕੀ ਦੀ ਜਿਹੜੀ ਕੈਪੀਟਲ ਨੇ ਇਸਤਾਨਬੁਲ ਬਟ ਇਟਸ ਅ ਵੈਰੀ ਬਿਊਟੀਫੁਲ ਸਿਟੀ ਇਸਤਾਨਬੁਲ ਦੀ ਇੰਟਰਸਟਿੰਗ ਚੀਜ਼ ਇਹ ਹੈਗੀ ਹੈ ਕਿ ਉਹ ਨਾ ਸਿਟੀ 2 ਕੰਟੀਨੈਂਟਸ ਦੇ ਵਿੱਚ ਹੈ ਅੱਛਾ ਉਹ 2 ਕੰਟੀਨੈਂਟਸ ਹੈ ਏਸ਼ੀਆ ਐਂਡ ਯੂਰਪ ਓਕੇ ਸੋ ਅੱਧੀ ਸਿਟੀ ਏਸ਼ੀਆ ਵਿੱਚ ਹੈ ਅੱਧੀ ਸਿਟੀ ਯੂਰਪ ਵਿੱਚ ਹੈ ਇੱਕ ਉਥੇ ਯੂ نو ਬੋਸਫੇਰਸ ਹੈ ਉਹ ਕਰੂਜ਼ ਵੀ ਹੁੰਦਾ ਬੋਸਫੇਰਸ ਤੇ ਅਸੀਂ ਉੱਥੇ ਵੀ ਜਾਣੇ ਹੈਗੇ ਵਿਚ ਇਜ਼ ਵੈਰੀ ਬਿਊਟੀਫੁਲ ਤੇ ਉਹ ਜਿਹੜਾ ਹੈਗਾ ਡਿਵਾਈਡ ਕਰਦਾ ਹੈਗਾ ਸਿਟੀ ਨੂੰ ਬਿਟਵੀਨ ਯੂਰਪ ਐਂਡ ਏਸ਼ੀਆ ਸੋ ਜਦੋਂ ਅਸੀਂ ਕਰੂਜ਼ ਕਰਦੇ ਆ ਨਾ then you can see you know that one part is on Asian continent and one part is on European continent ਫਿਰ ਤੁਹਾਨੂੰ ਉੱਥੇ ਕੋਈ ਕਲਚਰ ਵੀ ਅਲੱਗ ਦੇਖਣ ਨੂੰ ਮਿਲਦਾ ਹੈ ਏਸ਼ੀਆ ਯੂਰਪ ਇੱਕੋ ਹੀ ਸਾਨੂੰ ਸ਼ਹਿਰ 'ਚ ਦੇਖਣ ਨੂੰ ਮਿਲਦੇ ਤਾਂ ਕੋਈ ਕਲਚਰ 'ਚ ਫਰਕ ਵੀ ਦਿਸਦਾ ਜੀ ਉੱਥੇ ਸੋ ਮਗਰ ਕਿਉਂਕਿ ਉਹ ਸਿਟੀ ਇਸਤਾਨਬੁਲ ਹੀ ਹੈ ਮਗਰ ਇਟਸ ਵੈਰੀ ਵਾਈਬ੍ਰੈਂਟ ਯੂ نو ਤੁਹਾਨੂੰ ਅਲੱਗ-ਅਲੱਗ ਤਰੀਕੇ ਦੇ ਲੋਕ ਮਿਲਦੇ ਆ ਮਗਰ ਇਹ ਨਹੀਂ ਹੈ ਕਿ ਏਸ਼ੀਅਨ ਅਲੱਗ ਹੈਗਾ ਕਲਚਰ ਜਾਂ ਯੂਰੋਪੀਅਨ ਅਲੱਗ ਹੈਗਾ ਕਲਚਰ they have their own Turkish culture ਅੱਛਾ right ਓਕੇ so ਵੈਸੇ ਮੈਂ ਜਿੰਨੀ ਵਾਰ ਵੀ ਟਰਕੀ ਗਿਆ ਨਾ ਮੈਨੂੰ ਨਾ ਜ਼ਿਆਦਾ ਯੂਰੋਪੀਅਨ ਮਿਲਿਆ ਹੈਗਾ ਦੇਖਣ ਨੂੰ ਨਾ ਜ਼ਿਆਦਾ ਏਸ਼ੀਅਨ ਮਿਲਿਆ ਹੈਗਾ it's very kind of Middle Eastern okay to be honest you know ਠੀਕ ਹੈ so and it's a beautiful ਉੱਥੇ ਬੜੀ ਸਾਰੀ ਚੀਜ਼ਾਂ ਹੈ ਦੇਖਣ ਵਾਲੀਆਂ you know and ਉੱਥੇ ਦੇ ਬਾਜ਼ਾਰ ਬਹੁਤ ਫੇਮਸ ਹੈ ਅੱਛਾ yeah and we make it a Istanbul so we make it a point to take you to you know take you for shopping which is local shopping which is very nice ਗੱਲ ਕਰਤੀ ਸ਼ਾਪਿੰਗ ਲੈ ਕੇ ਜਾਣਾ ਹੈ ਡਰੈਸਸ ਵਗੈਰਾ ਤਾਂ ਡੈਫੀਨਿਟਲੀ ਚਾਹੀਦੀਆਂ ਆ ਤੁਸੀਂ ਦੇਖੋ ਨਾ ਟਰਕੀ ਦੇ ਉਹਨਾਂ ਦੇ ਲੈਂਟਰਨਸ ਜਿਹੜੇ ਹੈਗੇ ਆ ਉਹ ਬੜੇ ਮਸ਼ਹੂਰ ਹੈ ਟਰਕਿਸ਼ ਡਿਲਾਈਟ ਜਿਹੜੀ ਸਵੀਟਸ ਹੈਗੀਆਂ ਉਹ ਬੜੀ ਮਸ਼ਹੂਰ ਹੈ ਉਹ ਨਾ ਆਪਣਾ ਇਹਦੇ ਨਾਲ ਜਿਹੜੇ ਡਰਾਈ ਫਰੂਟਸ ਹੈਗੇ ਨਾ ਉਹਦੇ ਨਾਲ ਬਣਾਉਂਦੇ ਹੈਗੇ ਆ ਕੁਝ ਆਪਣੀ ਜਿਹੜੀ ਸਵੀਟਸ ਵਗੈਰਾ ਹੈ ਉਹ ਬਹੁਤ ਮਸ਼ਹੂਰ ਹੈਗੀ ਹੈ ਬਕਲਾਵਾ ਯੂ نو ਬੜੀ ਸਾਰੀ ਚੀਜ਼ਾਂ ਜਿਹੜੀ ਟਰਕੀ ਦੀ ਮਸ਼ਹੂਰ ਹੈ ਸੋ ਹਾਂਜੀ ਸ਼ੁਰੂ ਅਸੀਂ ਇਸਤਾਨਬੁਲ ਤੋਂ ਹੀ ਕਰਦੇ ਆ ਐਂਡ ਇਸਤਾਨਬੁਲ ਦੇ ਵਿੱਚ ਅਸੀਂ ਐਕਚੁਅਲੀ 3 ਰਾਤਾਂ ਰਹਿੰਦੇ ਆ ਤੇ ਹਾਂ 3 ਰਾਤਾਂ ਤੇ ਉੱਥੇ ਅਸੀਂ ਕਾਫੀ ਕੁਝ ਕਵਰ ਕਰਦੇ ਆ ਇਸਤਾਨਬੁਲ ਦੇ ਵਿੱਚ ਸੋ ਇਸਤਾਨਬੁਲ ਦਾ ਯੈਸ ਕਲਚਰ ਤੁਸੀਂ ਕਹਿ ਰਹੇ ਕਿ ਉਹਨਾਂ ਦਾ ਇੱਕ ਆਪਣਾ ਅਲੱਗ ਹੀ ਕਲਚਰ ਹੁੰਦਾ ਔਰ ਖਾਣ ਪੀਣ ਵਾਸਤੇ ਵੀ ਅਲੱਗ ਹੀ ਡਿਸ਼ਸ ਉੱਥੇ ਖਾਣ ਨੂੰ ਮਿਲਦੀਆਂ ਸੋ ਸਾਡੀ ਟ੍ਰਿਪ ਦੇ ਵਿੱਚ ਲੰਚ ਬ੍ਰੇਕਫਾਸਟ ਡਿਨਰ ਸਭ ਇਨਕਲੂਡਡ ਹੁੰਦਾ ਹੈ ਜੀ ਮੀਲਸ ਜਿਹੜੇ ਤਿੰਨੋਂ ਇਨਕਲੂਡਡ ਹੁੰਦੇ ਆ ਐਂਡ ਜਿਹੜਾ ਐਕਸਪੀਰੀਅੰਸ ਹੈ ਨਾ ਟਰਕੀ ਦਾ ਮੈਂ ਚਾਹਨਾ ਕਿ ਜਦੋਂ ਤੁਸੀਂ ਇੱਥੇ ਹੀ 에어ਪੋਰਟ ਤੇ ਸਟੈਪ ਕਰ ਰਹੇ ਹੋ ਨਾ ਤਾਂ ਤੋਂ ਹੀ ਸਟਾਰਟ ਹੋ ਜਾਏ ਤੇ ਅਸੀਂ ਜਿਹੜੀ 에ਅਰਲਾਈਨ ਯੂਜ਼ ਕਰਦੇ ਉਹ ਵੀ ਟਰਕਿਸ਼ ਯੂਜ਼ ਕਰਦੇ ਦੈਟਸ ਗ੍ਰੇਟ ਮਤਲਬ ਆਈ ਮੇਕ ਇਟ ਅ ਪੁਆਇੰਟ ਕਿ ਤੁਹਾਡਾ ਜਿਹੜਾ ਟਰਕੀ ਦਾ ਐਕਸਪੀਰੀਅੰਸ ਹੈ ਜਾਂ ਐਕਚੁਅਲੀ ਯੂ نو ਟੂ ਬੀ ਵੈਰੀ ਓਨੈਸਟ ਜਿੱਦਾਂ ਫॉर ਐਗਜ਼ਾਮਪਲ ਅਸੀਂ ਸ਼੍ਰੀਲੰਕਾ ਵੀ ਜਾਂਦੇ ਆ ਮੇਕ ਇਟ ਅ ਪੁਆਇੰਟ ਟੂ ਯੂਜ਼ ਸ਼੍ਰੀਲੰਕਨ 에ਅਰਲਾਈਨ ਸੋ ਜਿੱਥੇ ਵੀ ਅਸੀਂ ਮੈਂ ਰੀਜਨਲ ਯੂਜ਼ ਕਰ ਸਕਦਾ ਆਈ ਟਰਾਈ ਟੂ ਯੂਜ਼ ਦਾ ਰੀਜਨਲ 에ਅਰਲਾਈਨਸ ਯੂ نو ਸੋ ਟਰਕੀ ਦੇ ਵਿੱਚ ਅਸੀਂ ਟਰਕਿਸ਼ 에ਅਰਲਾਈਨ ਯੂਜ਼ ਕਰਾਂਗੇ ਫॉर ਟਰਕੀ ਸੋ ਦੈਟ ਤੁਹਾਡਾ ਜਿਹੜਾ ਟਰਕੀ ਦਾ ਐਕਸਪੀਰੀਅੰਸ ਹੈ ਐਸ ਸੂਨ ਐਸ ਯੂ ਸਟੈਪ ਔਨ ਬੋਰਡ ਤੇ ਤੁਹਾਡਾ ਸਟਾਰਟ ਹੋ ਜਾਏ 에ਅਰਲਾਈਨ ਦੇ ਵਿੱਚ ਵੀ ਆਈ ਥਿੰਕ ਫਿਰ ਟਰਕਿਸ਼ ਖਾਣਾ ਹੀ ਹਾਂ ਟਰਕਿਸ਼ ਖਾਣਾ ਦਾ ਸਿਲਸਿਲਾ ਇੱਥੇ ਸ਼ੁਰੂ ਹੋ ਜਾਂਦਾ ਹੈ ਯਾ ਬਿਲਕੁਲ ਫਿਰ ਇਸਤਾਨਬੁਲ ਤੋਂ ਬਾਅਦ ਫਿਰ ਅਸੀਂ ਕਿੱਥੇ ਜਾਈਏ ਸੋ ਇਸਤਾਨਬੁਲ ਅਸੀਂ 3 ਰਾਤਾਂ ਰਹਿੰਦੇ ਆ ਉੱਥੇ ਅਸੀਂ ਬਲੂ ਮਾਸਕ ਹੈ ਉੱਥੇ ਦੇ ਬਾਜ਼ਾਰ ਹੈ ਉੱਥੇ ਦੇ ਯੂ نو ਬੋਸਫੇਰਸ ਕਰੂਜ਼ ਹੁੰਦਾ ਹੈ ਬਹੁਤ ਫੇਮਸ ਯੂ نو ਸੋ ਕਾਫੀ ਚੀਜ਼ਾਂ ਅਸੀਂ ਉੱਥੇ ਕਵਰ ਕਰਦੇ ਹੈਗੇ ਆ ਫੋਟੋ ਸ਼ੂਟਸ ਬੜੇ ਹੁੰਦੇ ਆ ਟਰਕੀ ਦੇ ਵਿੱਚ ਉਹ ਵੀ ਬੜੇ ਮਸ਼ਹੂਰ ਹੈਗੇ ਆ ਤੇ ਇਸਤਾਨਬੁਲ ਕਵਰ ਕਰਕੇ ਫਿਰ ਅਸੀਂ ਫਲਾਈਟ ਲੈਨੇ ਆ ਐਂਡ ਵੀ ਫਲਾਈ ਟੂ ਅ ਪਲੇਸ ਕਾਲਡ ਕੈਪੇਡੋਕੀਆ Okay. Yeah and ਤੁਸੀਂ ਜੇ ਟਰਕੀ ਗਏ ਹੋ ਕੈਪੇਡੋਕੀਆ ਨਹੀਂ ਗਏ ਹੋ ਯੂ ਵਿਲ ਮਿਸ ਸਮਥਿੰਗ okay ਕੈਪੇਡੋਕੀਆ ਦੇ ਵਿੱਚ ਇੱਕ ਹੁੰਦੀ ਹੈ ਬਲੂਨ ਰਾਈਡ ਉੱਥੇ ਦੀ ਨਾ ਬਲੂਨ ਰਾਈਡ ਬਹੁਤ ਮਸ਼ਹੂਰ ਹੈ ਕਿਉਂਕਿ ਵੈਸੇ ਮੈਂ ਪਰਸਨਲੀ ਬਲੂਨ ਰਾਈਡ ਬਹੁਤ ਕੰਟਰੀਜ਼ ਦੇ ਵਿੱਚ ਕੀਤੀ ਹੈ ਮੈਂ ਕੀਨੀਆ ਦੇ ਵਿੱਚ ਵੀ ਕੀਤੀ ਹੈਗੀ ਹੈ ਮੈਂ ਇਜਿਪਟ ਵਿੱਚ ਵੀ ਕੀਤੀ ਹੈ ਮੈਂ ਮਗਰ ਜਿਹੜੀ ਇਹ ਵਾਲੀ ਬਲੂਨ ਰਾਈਡ ਹੈ ਨਾ ਮੈਂ ਓਮਾਨ ਦੇ ਵਿੱਚ ਵੀ ਕੀਤੀ ਹੈ ਮਗਰ ਜਿਹੜੀ ਯੂ نو ਕੈਪੇਡੋਕੀਆ ਟਰਕੀ ਦੀ ਬਲੂਨ ਰਾਈਡ ਹੈ ਉਹ ਬਹੁਤ ਹੀ ਐਕਸਕਲੂਸਿਵ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਉੱਤੋਂ ਥੱਲੇ ਦੇਖਦੇ ਹੋ ਨਾ ਉਸ ਸਿਟੀ ਦੇ ਵਿੱਚ ਐਕਚੁਅਲੀ ਯੂ نو देयर इज अ थिंग ਕਾਲਡ ਫੇਰੀ ਚਿਮਨੀਜ਼ ਓਕੇ ਉਹਦੇ ਅਸੀਂ ਵੈਸੇ ਕੋਚ ਤੇ ਵੀ ਤੁਹਾਨੂੰ ਲੈ ਕੇ ਜਾਣੇ ਆ ਦੇਖਣ ਵਾਸਤੇ ਮਗਰ ਉੱਥੇ ਦਾ ਜਿਹੜਾ ਯੂ نو ਤੁਸੀਂ ਦੇਖਦੇ ਹੋ ਨਾ ਥੱਲੇ ਨਜ਼ਾਰੇ ਇਜ਼ ਟੋਟਲੀ ਡਿਫਰੈਂਟ ਇਜ਼ ਵੈਰੀ ਬਿਊਟੀਫੁਲ ਯਾ ਤੇ ਉੱਥੇ ਜਿਹੜੀਆਂ ਕੇਵਸ ਹੈ ਦੇ ਅਸੀਂ ਵੀ ਮੇਕ ਇਟ ਅ ਪੁਆਇੰਟ ਕਿ ਉੱਥੇ ਜਿਹੜਾ ਹੋਟਲ ਵੀ ਅਸੀਂ ਯੂਜ਼ ਕਰਦੇ ਆ ਨਾ ਇਜ਼ ਐਕਚੁਅਲੀ ਅ ਕੇਵ ਹੋਟਲ ਓਕੇ ਸੋ ਇਜ਼ ਅ ਡਿਫਰੈਂਟ ਐਕਸਪੀਰੀਅੰਸ ਆਲ ਟੁਗੇਦਰ ਕਿ ਤੁਸੀਂ ਜਿੱਦਾਂ ਕੇਵ ਦੇ ਵਿੱਚ ਰਹਿ ਰਹੇ ਹੈਗੇ ਕੇਵ ਦੇ ਅੰਦਰ ਹੋਟਲ ਬਣਿਆ ਹੈ ਕੇਵ ਦੇ ਹੋਟਲ ਇਸ ਤਰੀਕੇ ਨਾਲ ਬਣਿਆ ਹੈ ਕਿ ਯੂ ਹੈਵ ਅ ਫੀਲ ਆਫ ਹੋਟਲ ਇਜ਼ ਐਕਚੁਅਲੀ ਅ ਕੇਵ ਹੋਟਲ ਉਹ ਨਾ ਐਕਚੁਅਲੀ ਜਿਹੜੀ ਪੂਰੀ ਸਿਟੀ ਹੈ ਨਾ ਤੁਸੀਂ ਨਾਰਮਲੀ ਦੇਖੀਏ ਜਿਹੜੀ ਕੇਵਸ ਹੈ ਉਹ ਜ਼ਮੀਨ ਦੇ ਥੱਲੇ ਹੁੰਦੀ ਹੈ ਮਗਰ ਕੈਪੇਡੋਕੀਆ ਦੇ ਵਿੱਚ ਜਿਹੜੀ ਕੇਵਸ ਹੈ ਜ਼ਮੀਨ ਦੇ ਉੱਤੇ ਹੈ ਓਕੇ ਯਾ ਸੋ ਉਹ ਜਿਹੜੇ ਹੋਟਲਸ ਹੈਗੇ ਉਹ ਵੀ ਕੇਵਸ ਦੇ ਵਿੱਚ ਜਿਹੜੀ ਨੈਚੁਰਲ ਕੇਵ ਹੈ ਉਹਦੇ ਵਿੱਚ ਉਹਨਾਂ ਨੇ
ਬਣਾਏ ਹੋਏ ਆ ਜਿਹੜੇ ਕਿ ਕੁਝ ਬੜੇ ਐਕਸਕਲੂਸਿਵ ਹੋਟਲਸ ਹੈਗੇ। ਇੰਟਰਸਟਿੰਗ। ਸੋ ਹਾਂ, ਸੋ ਹੋਟਲ ਵੀ ਜਿਹੜਾ ਅਸੀਂ ਉਹ ਕੇਵ ਹੋਟਲ ਯੂਜ਼ ਕਰਦੇ, ਸੋ ਯੂ ਗੈਟ ਅ ਡਿਫਰੈਂਟ ਐਕਸਪੀਰੀਅੰਸ। ਐਂਡ ਮਗਰ ਮੈਂ ਇੱਕ ਪੁਆਇੰਟ ਕਲੀਅਰ ਕਰਦਾ, ਜਿਹੜੀ ਬਲੂਨ ਰਾਈਡ ਹੈਗੀ ਹੈ ਹਾਂਜੀ ਉਹ ਐਕਚੁਅਲੀ ਟ੍ਰਿਪ ਦੇ ਵਿੱਚ ਪ੍ਰਾਈਸ ਵਿੱਚ ਇੰਕਲੂਡਡ ਨਹੀਂ ਹੁੰਦੀ, ਬਟ ਇਸ ਆਪਸ਼ਨਲ ਰੀਜ਼ਨ ਇਹ ਹੈਗਾ ਕਿ ਸਾਰੇ ਲੋਕ ਨਹੀਂ ਕਰਦੇ ਆ। ਕੁਝ ਲੋਕਾਂ ਨੂੰ ਜਿੱਦਾਂ ਡਰ ਹੁੰਦਾ ਹਾਈਟ ਦਾ, ਕੁਝ ਸੋ ਕੁਝ ਕਰਦੇ ਆ, ਕੁਝ ਨਹੀਂ ਕਰਦੇ। ਸੋ ਇਟਸ ਨਾਟ ਫੇਅਰ, ਕਿਉਂਕਿ ਜਦੋਂ ਅਸੀਂ ਪੈਕੇਜ ਵੇਚਦੇ ਆ ਨਾ, ਵੀ ਹੈਵ ਟੂ ਇੰਕਲੂਡ ਇਟ ਫॉर एवरीवन। ਬਿਲਕੁਲ ਸੋ ਐਂਡ ਇਟਸ ਨਾਟ ਫੇਅਰ ਕਿ ਅਸੀਂ ਸਾਰੇ ਵਾਸਤੇ ਇੰਕਲੂਡ ਕਰ ਲਈਏ, ਪਰ ਕਰੇ ਅੱਧੇ ਲੋਕ ਹੀ, ਹਨਾ। ਸੋ ਤਾਂ ਕਰਕੇ ਉਹ ਆਪਸ਼ਨਲ ਅਸੀਂ ਰੱਖਦੇ ਆ, ਸੋ ਜਿਨ੍ਹਾਂ ਨੇ ਵੀ ਕਰਨੀ ਹੁੰਦੀ ਹੈ, ਬਟ ਇਟਸ ਐਨ ਐਕਸਪੀਰੀਅੰਸ। ਤੇ ਉਹ ਅਸੀਂ ਉੱਥੇ ਅਰੇਂਜ ਕਰਦੇ ਹੈਗੇ ਆ ਜਿਨ੍ਹਾਂ ਨੇ ਵੀ ਬਲੂਨ ਰਾਈਡ ਕਰਨੀ ਹੈਗੀ ਆ। ਬਾਕੀ ਸਿਰਫ ਬਲੂਨ ਰਾਈਡ ਹੀ ਨਹੀਂ, ਐਜ਼ ਆਈ ਟੋਲਡ ਯੂ ਇਟਸ ਅ ਕੇਵ ਸਿਟੀ। ਸੋ ਅਸੀਂ ਉੱਥੇ ਓਪਨ 에ਅਰ ਕੇਵਸ ਹੈਗੀਆਂ, ਉਹ ਅਸੀਂ ਦੇਖਣ ਜਾਂਦੇ ਹੈਗੇ ਆ। ਤੇ ਫੇਰੀ ਚਿਮਨੀਜ਼ ਹੈ, ਉਹ ਅਸੀਂ ਦੇਖਣ ਜਾਂਦੇ ਹੈਗੇ ਆ। ਇੱਕ ਬੜਾ ਹੀ ਪੁਰਾਣਾ ਉੱਥੇ ਚਰਚ ਹੈਗਾ, ਉਹ ਵੀ ਕੇਵਸ ਦੇ ਵਿੱਚ ਬਣਿਆ ਹੋਇਆ ਹੈ, ਉਹ ਦੇਖਣ ਜਾਂਦੇ ਆ। ਸੋ ਕਾਫੀ ਚੀਜ਼ਾਂ, ਹਾਲਾਂਕਿ ਇਸ ਮੁਸਲਿਮ ਕੰਟਰੀ, ਮਗਰ ਉੱਥੇ ਉਹ ਚਰਚ ਵਗੈਰਾ ਵੀ ਹੈਗੇ। ਸੋ ਉਹ ਅਸੀਂ ਸਾਰੇ, ਬਿਕੋਜ਼ ਇਸ ਹਿਸਟੋਰਿਕ, ਇਸ ਹਿਸਟਰੀ, ਸੋ ਉਹ ਅਸੀਂ ਸਾਰਾ ਕੁਝ ਦੇਖਣ ਜਾਂਦੇ ਹਾਂ ਉੱਥੇ ਇਨ ਕੈਪੇਡੋਕੀਆ। ਤੇ ਫਿਰ ਕੈਪੇਡੋਕੀਆ ਤੋਂ ਬਾਅਦ ਵੈਸੇ ਤਾਂ ਮੇਰਾ ਹੁਣ ਹੀ ਦਿਲ ਕਰ ਰਿਹਾ ਕਿ ਤੁਸੀਂ ਮੈਨੂੰ ਬਲੂਨ ਰਾਈਡ ਦਾ ਦੱਸ ਕੇ, I never done it, so you've never done it? Okay, it's an experience. So You I should. really wanted to do it. So yes, so ਫਿਰ ਕੈਪੇਡੋਕੀਆ ਤੋਂ ਬਾਅਦ ਤੁਸੀਂ ਸਾਨੂੰ ਫਿਰ ਕੈਪੇਡੋਕੀਆ ਤੋਂ ਬਾਅਦ ਫਿਰ ਅਸੀਂ ਜਾਂਦੇ ਹੈਗੇ ਆ, ਇੱਕ ਸੂਫੀ ਸਿਟੀ ਹੈਗੀ ਹੈ, ਉਹਦਾ ਨਾਮ ਹੈਗਾ ਕੋਨਿਆ। ਅੱਛਾ, ਸੂਫੀ ਸਿਟੀ। ਹਾਂ, ਇਟਸ ਅ ਸੂਫੀ ਸਿਟੀ। ਤੁਹਾਨੂੰ ਪਤਾ ਰੂਮੀ? ਰੂਮੀ ਦਾ ਤੁਸੀਂ ਨਾਮ ਸੁਣਿਆ? ਹਾਂਜੀ ਹਾਂਜੀ। ਸੋ ਜਿਹੜੇ ਰੂਮੀ ਹੈ, ਉਹਨਾਂ ਦੀ ਕਬਰ ਜਿਹੜੀ ਹੈ ਉਹ ਕੋਨਿਆ ਵਿੱਚ ਹੈ। ਓਕੇ, ਮਤਲਬ ਇਨਸਪੀਰੇਸ਼ਨ ਕੋਟਸ ਜਿਹੜੇ ਰੂਮੀ ਦੇ ਆਉਂਦੇ। ਸੋ ਤੁਸੀਂ ਦੇਖਿਆ ਜਿਹੜੇ ਮਲਵਾਨਾਸ ਹੁੰਦੇ ਆ, ਜੋ ਇੱਕ ਹੱਥ ਏਦਾਂ ਇੱਕ ਹੱਥ ਕਰਕੇ ਉਹ ਦੇ ਗੋ ਰਾਉਂਡ ਐਂਡ ਰਾਉਂਡ ਐਂਡ ਰਾਉਂਡ, ਉਹਨਾਂ ਨੇ ਲੰਬੀ ਜਿਹੀ ਹੈਟ ਪਾਈ ਹੁੰਦੀ ਹੈ। ਸੋ ਉਹ ਜਿਹੜੇ ਹੈਗੇ ਆ, ਉਹ ਸਾਰੇ ਟ੍ਰੇਨ ਕੋਨਿਆ ਵਿੱਚ ਹੀ ਹੁੰਦੇ ਆ। ਅੱਛਾ, ਰਾਈਟ। ਐਂਡ ਇਟਸ ਨਾਟ ਈਜ਼ੀ ਟੂ ਬਿਕਮ ਵਨ। ਸੋ ਉਹਨਾਂ ਦੇ ਬੜਾ ਲੰਬਾ ਇੱਕ ਪ੍ਰੋਸੈਸ ਹੁੰਦੀ ਹੈ। ਸੋ ਜਦੋਂ ਅਸੀਂ ਟੂਰ ਤੇ ਆ ਨਾ ਰੀਮਾ ਜੀ, ਸਾਡੇ ਨਾਲ ਸਾਡੇ ਲੋਕਲ ਗਾਈਡਸ ਹੁੰਦੇ ਆ, ਜਿਹੜੇ ਕਿ ਸਾਨੂੰ ਸਾਰਾ ਐਕਸਪਲੇਨ ਕਰਦੇ ਰਹਿੰਦੇ ਨਾਲ ਦੇ ਨਾਲ। ਸੋ ਉਹ ਫਿਰ ਸਾਨੂੰ ਦੱਸਦੇ ਰਹਿੰਦੇ ਹੈਗੇ ਆ ਕਿ ਉਹ, ਸੋ ਜੇ ਅਗਰ ਤੁਹਾਨੂੰ ਜਿੱਦਾਂ ਸੂਫੀਅਤ ਪਸੰਦ ਹੈ, ਰੂਮੀ ਦੇ ਕੋਟਸ ਤੁਸੀਂ ਗੂਗਲ ਕਰਕੇ ਦੇਖੋ, ਜਿਹੜੇ ਉਹ ਪਸੰਦ ਹੈ, ਉਹ ਸਾਰਾ ਕੁਝ ਅਸੀਂ ਉੱਥੇ ਕੋਨਿਆ ਵਿੱਚ ਦੇਖਦੇ ਹੈਗੇ। ਬਟ ਕੋਨਿਆ ਵਿੱਚ ਅਸੀਂ ਠਹਿਰਦੇ ਨਹੀਂ ਆ। ਸੋ ਵੀ ਜਸਟ ਸੀ ਦੈਟ ਯੂ ਨੋ ਜਿਹੜੇ ਮਲਵਾਨਾ ਦਾ ਹੈਗਾ, ਐਂਡ ਦੈਨ ਉਸ ਤੋਂ ਬਾਅਦ ਅਸੀਂ ਲੰਚ ਉੱਥੇ ਕਰਦੇ ਆ, ਐਂਡ ਦੈਨ ਵੀ ਲੀਵ ਫॉर ਅੰਟਾਲੀਆ। ਕਿਉਂਕਿ ਉਹ ਮਿਡਲ ਦੇ ਵਿੱਚ ਆਉਂਦਾ ਹੈ ਜਿਹੜਾ ਕੋਨਿਆ ਹੈਗਾ। ਤੇ ਫਿਰ ਜਿਹੜੇ ਲਾਸਟ 3 ਰਾਤਾਂ ਹੈਗੀਆਂ, ਉਹ ਅਸੀਂ ਅੰਟਾਲੀਆ ਰਹਿੰਦੇ ਆ। ਸੋ ਟੋਟਲ ਕਿੰਨੇ ਦਿਨ ਦਾ ਟ੍ਰਿਪ ਹੋ ਗਿਆ ਹੈ? ਸੋ ਟੋਟਲ ਅਬਾਊਟ 9 days। ਓਕੇ। ਐਂਡ ਸੋ ਅੰਟਾਲੀਆ ਜਿਹੜੀ ਹੈਗੀ ਹੈ, ਦੈਟਸ ਅ ਬੀਚ ਸਿਟੀ। ਸੋ ਉੱਥੇ ਜਿਹੜਾ ਸਾਡਾ ਹੋਟਲ ਵੀ ਹੈਗਾ, ਦੈਟਸ ਰਾਈਟ ਐਟ ਦ ਬੀਚ, ਇਜ਼ ਐਕਚੁਅਲੀ ਅ ਰਿਜ਼ੋਰਟ ਐਂਡ ਇਟਸ ਆਲ ਇਨਕਲੂਸਿਵ। ਓਕੇ। ਸੋ ਜਿਹੜਾ ਆਲ ਇਨਕਲੂਸਿਵ ਰਿਜ਼ੋਰਟ ਹੈ, ਉਹਦੇ ਵਿੱਚ ਸਾਡੇ ਮੀਲਸ ਪਲੱਸ ਡਰਿੰਕਸ ਵੀ ਇਨਕਲੂਡਡ ਹੁੰਦੀ ਹੈ। ਓਕੇ ਜੀ, ਜਿਹੜਾ ਅੰਟਾਲੀਆ ਲਾਸਟ 3 ਡੇਜ਼ ਅਸੀਂ ਲਾਸਟ 3 ਨਾਈਟਸ ਅਸੀਂ ਜਿਹੜੀ ਉਹ ਅੰਟਾਲੀਆ ਹੀ ਰਹਿੰਦੇ ਆ। ਐਂਡ ਅੰਟਾਲੀਆ ਦੇ ਵੀ ਉੱਥੇ ਬਹੁਤ ਖੂਬਸੂਰਤ ਵਾਟਰਫਾਲਸ ਵਗੈਰਾ ਹੈਗੇ ਆ, ਉਹ ਵੀ ਅਸੀਂ ਬਾਹਰ ਜਾ ਕੇ ਦੇਖਦੇ ਹੈਗੇ ਆ। ਔਰ ਮੌਸਮ ਕਿਦਾਂ ਦਾ ਹੁੰਦਾ? ਤੁਸੀਂ ਕਦੋਂ ਲੈ ਕੇ ਚੱਲੇ ਹੈ ਟ੍ਰਿਪ? ਮਤਲਬ ਕਿ ਐਦਾਂ ਤਾਂ ਨਹੀਂ ਕਿ ਸਾਨੂੰ ਜੈਕਟਸ ਪਾਣੀਆਂ ਪੈਣੀਆਂ, ਸਾਡੀ ਫੋਟੋਗ੍ਰਾਫਸ ਹੋਣੀਆਂ ਨਹੀਂ ਆਈਆਂ? ਨਹੀਂ, ਜੈਕਟਸ ਨਹੀਂ ਤੁਹਾਨੂੰ ਪਾਣੀਆਂ ਪੈਣੀਆਂ। ਸੋ ਦ ਵੈਦਰ, ਜਦੋਂ ਅਸੀਂ ਜਾ ਰਹੇ ਹੈਗੇ ਆ, ਅਸੀਂ ਮਈ ਦੇ ਵਿੱਚ ਜਾ ਰਹੇ ਹਾਂ। ਸੋ ਉਸ ਟਾਈਮ ਤੇ ਜਿਹੜਾ ਵੈਦਰ ਹੈ, ਉਹ ਇਟ ਵਿਲ ਬੀ ਅਬਾਊਟ 27-28 degrees, so which is the perfect weather if you want to have a swim, if you want to go into the sea, you know, it's a perfect weather to go there. So ਉਹ ਸਾਰਾ ਕੁਝ ਅਸੀਂ ਅੰਟਾਲੀਆ ਚ ਕਰ ਸਕਦੇ ਹਾਂ? ਉਹ ਅਸੀਂ ਸਾਰਾ ਕੁਝ ਅੰਟਾਲੀਆ ਵਿੱਚ ਕਰਾਂਗੇ। ਔਰ ਅੰਟਾਲੀਆ ਤੋਂ ਫਿਰ ਵਾਪਸ ਸੋ ਜਿਹੜੀ ਸਾਡੀ ਰਿਟਰਨ ਫਲਾਈਟ ਹੈ, ਉਹ ਅੰਟਾਲੀਆ ਤੋਂ ਹੀ ਹੈ। ਸੋ ਮਗਰ ਆਬਵੀਅਸਲੀ ਅੰਟਾਲੀਆ ਤੋਂ ਡਾਇਰੈਕਟ ਫਲਾਈਟ ਨਹੀਂ ਹੈਗੀ ਵਾਪਸ ਯੂਕੇ ਦੀ। ਸੋ ਵੀ ਫਲਾਈ ਅੰਟਾਲੀਆ ਤੋਂ ਇਸਤਾਨਬੁਲ ਐਂਡ ਦੈਨ ਇਸਤਾਨਬੁਲ ਟੂ ਲੰਡਨ। ਮਗਰ ਇਸਤਾਨਬੁਲ ਸਿਰਫ ਅਸੀਂ ਟ੍ਰਾਂਜ਼ਿਟ ਹੀ ਕਰਦੇ ਆ, 에ਅਰਪੋਰਟ ਤੋਂ ਬਾਹਰ ਨਹੀਂ ਨਿਕਲਦੇ। ਸੋ ਰਿਟਰਨ ਫਲਾਈਟ ਸਾਡੀ ਅੰਟਾਲੀਆ ਤੋਂ ਹੀ ਹੋਏਗੀ। ਔਰ ਇੱਥੋਂ ਜਾਣ ਲੱਗੇ ਵੀ ਸਾਰੀਆਂ ਫਲਾਈਟਸ ਲੰਡਨ ਤੋਂ ਹੀ ਆ ਜਾਂ ਫਿਰ ਕਿਸੇ ਹੋਰ ਸ਼ਹਿਰ ਤੋਂ? ਹਾਂ, ਸੋ ਜਿਹੜੀ ਫਲਾਈਟਸ ਹੈ ਲੰਡਨ ਹੀਥਰੋ ਤੋਂ ਹੈ, ਗਰੁੱਪ ਨਾਰਮਲੀ ਡਿਪਾਰਟ ਕਰਦਾ ਹੈ। ਮਗਰ ਜੇ ਤੁਸੀਂ ਹੋਰ ਕਿਸੇ ਸਿਟੀ ਦੇ ਵਿੱਚ ਹੈਗੇ ਹੋ, ਤੁਸੀਂ ਉੱਥੋਂ ਜਾਣਾ ਚਾਹੁੰਦੇ ਹੈਗੇ ਹੋ, ਤੇ ਤਾਂ ਵੀ ਅਸੀਂ ਤੁਹਾਡੇ ਵਾਸਤੇ ਅਰੇਂਜ ਕਰ ਸਕਦੇ ਹਾਂ। ਸੋ ਓਕੇ, ਤੁਸੀਂ ਮੈਨਚੈਸਟਰ ਤੋਂ, ਬਰਮਿੰਗਮ ਤੋਂ ਹੋਰ ਕਿਤੋਂ ਜਾਣਾ ਚਾਹੁੰਦੇ ਹੋ, ਸੋ ਅਸੀਂ ਚੈੱਕ ਕਰਦੇ ਹੈਗੇ ਆ ਕਿ ਕੀ ਫਲਾਈਟ ਯੂ ਨੋ ਕਨੈਕਟੀਵਿਟੀ ਕਿੱਦਾਂ ਦੀ ਹੈਗੀ ਹੈ, ਕੀ ਟਾਈਮਿੰਗਸ ਠੀਕ ਹੈਗੇ ਕਿ ਨਹੀਂ ਹੈਗੇ। ਸੋ ਅਸੀਂ ਪਹਿਲੇ ਤੁਹਾਨੂੰ ਐਕਸਪਲੇਨ ਕਰਦੇ ਨੇ, ਐਂਡ ਦੈਨ ਫਿਰ ਉਸ ਹਿਸਾਬ ਦੇ ਨਾਲ ਇਫ ਯੂ ਵਾਂਟ ਟੂ ਫਲਾਈ ਫਰਮ ਯੋਰ ਸਿਟੀ ਵੀ ਕੈਨ ਡੂ ਦੈਟ ਐਸ ਵੈਲ। ਸੋ ਅੰਟਾਲੀਆ ਤੋਂ ਅਸੀਂ ਵਾਪਸ ਆ ਗਏ ਹਾਂ। ਹੁਣ ਸਾਨੂੰ ਦੱਸੋ ਕਿ ਡੇਟਸ ਕਿਹੜੀਆਂ? ਸੋ ਵੀ ਵਰ ਟਾਕਿੰਗ ਅਬਾਊਟ ਦ ਵੈਦਰ ਐਂਡ ਡੇਟਸ। ਜੀ, ਸੋ ਟਰਕੀ ਦਾ ਜਿਹੜਾ ਟੂਰ ਹੈ ਇਸ ਇਨ ਮਈ and is from 3rd of May until 11th of May, and it's a beautiful weather, you will love it. And ਜਦੋਂ ਤੁਸੀਂ ਕਰ ਰਹੇ ਸੀ ਵੀਜ਼ਾ ਵਗੈਰਾ, ਸਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ?
ਕੁਛ ਨਹੀਂ, ਜਦੋਂ ਤੁਸੀਂ ਇੱਕ ਵਾਰੀ ਬੁਕਿੰਗ ਕਰ ਲਈ ਉਹ ਸਾਡੀ ਰਿਸਪੌਂਸਿਬਿਲਿਟੀ ਹੈ। ਮਗਰ ਮੈਂ ਤੁਹਾਨੂੰ ਦੱਸਦਾ, ਵੈਸੇ ਯੂਕੇ ਪਾਸਪੋਰਟ ਹੋਲਡਰ ਨੂੰ ਟਰਕੀ ਦੇ ਵੀਜ਼ੇ ਦੀ ਲੋੜ ਨਹੀਂ ਹੈਗੀ। ਵੀ Okay. ਗੈਟ ਸਟੈਂਪ ਔਨ ਅਰਾਈਵਲ। ਮਗਰ ਜੇ ਅਗਰ ਤੁਸੀਂ ਇੰਡੀਅਨ ਪਾਸਪੋਰਟ ਹੋਲਡਰ ਹੋ ਜਾਂ ਹੋਰ ਕੋਈ ਵੀ ਤੁਹਾਡੇ ਕੋਲ ਪਾਸਪੋਰਟ ਹੈਗਾ, ਤੇ ਅਸੀਂ ਪਹਿਲੇ ਤੁਹਾਨੂੰ ਵੀਜ਼ੇ ਦਾ ਪ੍ਰੋਸੀਜਰ ਦੱਸ ਦਿੰਦੇ ਹਾਂ ਐਂਡ ਵੀਲ ਡੂ ਦਾ ਪ੍ਰੋਸੀਜਰ ਫॉर ਯੂ। ਓਕੇ, ਜੀ। ਦੈਟਸ ਗ੍ਰੇਟ। ਜੀ। ਔਰ ਹੁਣ ਅਸੀਂ ਥੋੜੀ ਜਿਹੀ ਜਾਣਕਾਰੀ ਲੈ ਲੈਂਦੇ ਹਾਂ OCI ਬਾਰੇ, ਬਿਕਾਜ਼ ਇਹ ਕੁਐਸਚਨਸ ਬਹੁਤ ਵਾਰੀ ਆਉਂਦੇ ਰੈਪੀਟੀਟਿਵ ਰਹਿੰਦੇ ਆ। ਹੁੰਦੇ ਆ, ਕਾਫੀ ਆਉਂਦੇ ਰਹਿੰਦੇ ਹੈਗੇ ਆ। ਹਾਂਜੀ। ਹਾਂਜੀ। ਸੋ ਆਪਾਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ OCI, ਔਰ ਕੌਣ ਅਪਲਾਈ ਕਰ ਸਕਦਾ ਹੈ? ਸੋ OCI ਉਹੀ ਦੇਖੋ, OCI ਦੀ ਜਿਹੜੀ ਫੁੱਲ ਫਾਰਮ ਹੈ ਉਹ ਹੈਗਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਰਾਈਟ। OCI ਅਪਲਾਈ ਉਹੀ ਕਰ ਸਕਦੇ ਜਿਹੜੇ ਇੱਕ ਟਾਈਮ ਤੇ ਇੰਡੀਅਨ ਸਿਟੀਜ਼ਨ ਸੀਗੇ, ਜਾਂ ਫਿਰ ਇੰਡੀਅਨ ਸਿਟੀਜ਼ਨ ਦੇ ਜਿਹੜੇ ਸਪਾਊਸਸ ਹੈ ਉਹ OCI ਅਪਲਾਈ ਕਰ ਸਕਦੇ ਹੈਗੇ, ਰਾਈਟ। ਜੇ ਹੁਣ ਫੇ ਨਹੀਂ ਕਰ ਸਕਦੇ। ਹਾਂ, ਸੋ ਜੇ ਅਗਰ ਤੁਹਾਡੇ ਪੇਰੈਂਟਸ ਇੰਡੀਅਨ ਨੈਸ਼ਨਲ ਸੀਗੇ, ਤੁਸੀਂ 3 ਜਨਰੇਸ਼ਨ ਤੱਕ ਗ੍ਰੈਂਡ ਚਿਲਡਰਨ ਐਂਡ ਗ੍ਰੇਟ ਗ੍ਰੈਂਡ ਚਿਲਡਰਨ OCI ਅਪਲਾਈ ਕਰ ਸਕਦੇ ਹੈਗੇ ਜਿਹੜੇ ਇੰਡੀਅਨ ਨੈਸ਼ਨਲ ਸੀਗੇ। ਐਂਡ OCI ਅਪਲਾਈ ਕਰਨ ਵਾਸਤੇ ਜਿਹੜਾ ਪ੍ਰੋਸੀਜਰ ਹੈ, ਦੇਖੋ ਸਭ ਤੋਂ ਪਹਿਲੇ ਤੇ ਤੁਹਾਨੂੰ ਆਪਣੀ ਇੰਡੀਅਨ ਨੈਸ਼ਨੈਲਿਟੀ ਤੁਹਾਡੀ ਸਰੈਂਡਰ ਹੋਣੀ ਚਾਹੀਦੀ ਹੈ, ਠੀਕ ਹੈ। ਸੋ ਜਦੋਂ ਤੁਹਾਡੇ ਕੋਲ ਸਰੈਂਡਰ ਸਰਟੀਫਿਕੇਟ ਹੈਗਾ, ਉਹ ਪਲੱਸ ਕੁਝ ਹੋਰ ਡਿਟੇਲਸ, ਜਿੱਦਾਂ ਤੁਹਾਡੀ ਫੋਟੋ ਚਾਹੀਦੀ ਹੁੰਦੀ ਹੈ, ਫਾਰਮ ਚਾਹੀਦਾ ਹੁੰਦਾ ਹੈ, ਤੇ OCI ਦਾ ਜਿਹੜਾ ਟਰਨ ਅਰਾਊਂਡ ਟਾਈਮ ਹੈਗਾ, ਜਿਹੜਾ ਸਪੈਨ ਹੈ, ਉਹ ਐਦਾਂ ਹੁੰਦਾ ਕਿ ਨਾਰਮਲੀ ਤੁਹਾਨੂੰ 4 ਤੋਂ 6 ਹਫ਼ਤੇ ਲੱਗਦੇ ਆ, ਤੇ 4 ਤੋਂ 6 ਹਫ਼ਤੇ ਦੇ ਵਿੱਚ OCI ਆ ਜਾਂਦਾ ਹੈ। ਮਗਰ ਤੁਹਾਨੂੰ ਕੋਈ ਵੀ ਆਪਣੇ ਓਰੀਜਨਲ ਡਾਕੂਮੈਂਟਸ ਨਹੀਂ ਦੇਣੇ ਪੈਂਦੇ, ਸਾਰੀ ਕਾਪੀਸ ਹੀ ਲੱਗਦੀ ਹੈ। ਸੋ ਜੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ OCI ਅਪਲਾਈ ਕੀਤਾ, ਤੁਹਾਡੇ ਪਾਸਪੋਰਟ ਤੁਹਾਡੇ ਕੋਲ ਨਹੀਂ ਹੋਏਗਾ, ਨਹੀਂ, ਪਾਸਪੋਰਟ ਤੁਹਾਡੇ ਕੋਲ ਹੀ ਰਹੇਗਾ। ਤੁਹਾਨੂੰ ਉਹ ਓਰੀਜਨਲ ਡਾਕੂਮੈਂਟਸ ਦੇ ਕੇ ਨਾ, ਜਦੋਂ ਤੁਸੀਂ ਸਬਮਿਟ ਕਰਨ ਜਾਂਦੇ ਹੋ, ਤੇ ਉਹ ਓਰੀਜਨਲ ਉੱਥੇ ਵਾਪਸ ਕਰ ਦਿੰਦੇ ਆ, ਤੇ OCI ਤੁਹਾਨੂੰ ਪੋਸਟ ਦੇ ਵਿੱਚ ਆ ਜਾਂਦਾ ਇਨ 4 to 6 ਵੀਕ। ਐਂਡ ਇੱਕ ਵਾਰੀ ਜਦੋਂ ਤੁਹਾਡਾ ਪ੍ਰੋਸੀਜਰ ਹੋ ਗਿਆ, ਤੇ ਤੁਹਾਡੇ ਡਾਕੂਮੈਂਟਸ ਅਸੀਂ ਸਾਰੇ ਡਿਸਕਾਰਡ ਕਰ ਦਿੰਦੇ ਆ, ਵਿਚ ਜਸਟ ਡਿਲੀਟਡ ਤੇ ਰਹਿੰਦਾ। ਔਰ OCI ਕਿੰਨੇ ਲੰਬੇ ਟਾਈਮ ਤੱਕ ਅਸੀਂ ਇਹਨੂੰ ਇਸਤੇਮਾਲ ਕਰ ਸਕਦੇ, ਇਹਨੂੰ ਰੀਨਿਊ ਵੀ ਕਰਨਾ ਪੈਂਦਾ ਆ? ਜੀ। ਸੋ OCI ਜਿਹੜਾ ਵੈਸੇ ਤਾਂ ਲਾਈਫ ਟਾਈਮ ਵੀਜ਼ਾ ਹੈ। ਸੋ ਇਹਨੂੰ 2 ਹੀ ਕੇਸਿਸ ਹੈਗੇ ਆ, ਜਦੋਂ ਤੁਹਾਡਾ ਜਾਂ ਤੇ OCI ਤੁਹਾਡਾ ਗੁੰਮ ਜਾਏ, then you need to get a new one, ਜਾਂ ਫਿਰ ਜੇ ਅਗਰ ਕੋਈ ਕਿਸੇ ਨੇ OCI ਅਪਲਾਈ ਕੀਤਾ ਜਿਹਦੀ ਉਮਰ 20 ਸਾਲ ਤੋਂ ਥੱਲੇ ਹੈ, ਜੇ ਤੁਸੀਂ 20 ਸਾਲ ਤੋਂ ਉੱਤੇ ਟੱਪਦੇ ਹੈਗੇ ਹੋ, ਤਾਂ ਤੁਹਾਨੂੰ ਨਵੀਂ OCI ਬੁਕਲੇਟ ਲੈਣੀ ਪੈਂਦੀ ਹੈ, ਜਿਹਨੂੰ ਰਿਨਿਊਅਲ ਕਹਿੰਦੇ ਹੈਗੇ ਆ। ਜੀ, ਦੈਟਸ ਗ੍ਰੇਟ। ਜੀ। ਔਰ ਇਸ ਮਤਲਬ ਕੋਈ ਵੀ ਹੋਰ ਕਿਸੇ ਕੰਟਰੀ ਦਾ ਹੁੰਦਾ ਆ ਤੇ ਉਹ ਵੀ OCI ਅਪਲਾਈ ਕਰ ਸਕਦੇ? ਸੋ ਰੀਮਾ ਜੀ, ਏਦਾਂ ਹੁੰਦਾ ਹੈ ਕਿ ਜੇ ਅਗਰ ਤੁਸੀਂ ਫੋਰਨ ਨੈਸ਼ਨਲ ਹੋ, ਬਟ ਯੂ ਆਰ ਮੈਰਿਡ ਟੂ ਇੰਡੀਅਨ ਸਿਟੀਜ਼ਨ, ਠੀਕ ਹੈ, ਜਾਂ ਫਿਰ ਯੂ ਆਰ ਮੈਰਿਡ ਟੂ ਸਮਵਨ ਹੂ ਆਲਰੇਡੀ ਹੈਜ਼ ਐਨ OCI, ਤੇ ਉਹ ਸਪਾਊਸ ਜਿਹੜਾ ਤੁਸੀਂ OCI ਅਪਲਾਈ ਕਰ ਸਕਦੇ ਆ। ਨਾਓ ਸਪਾਊਸ OCI ਦੇ ਵਿੱਚ ਇੱਕ ਬੜੀ ਇੰਟਰਸਟਿੰਗ ਚੀਜ਼ ਹੈ ਕਿ ਉਹ ਤਾਂ ਤੱਕ ਹੀ ਵੈਲਿਡ ਹੈ ਜਦੋਂ ਤੱਕ ਤੁਸੀਂ ਆਪਣੇ ਪਾਰਟਨਰ ਦੇ ਨਾਲ ਹੋ। ਜੇ ਅਗਰ ਤੁਹਾਡਾ ਡਿਵੋਰਸ ਹੋ ਜਾਂਦਾ ਹੈ ਜਾਂ ਪਾਰਟਨਰ ਦੀ ਡੈਥ ਹੋ ਜਾਂਦੀ ਹੈ, ਤੇ ਉਸੇ ਵਕਤ ਤੁਹਾਨੂੰ ਆਪਣਾ OCI ਸਰੈਂਡਰ ਕਰਨਾ ਪੈਂਦਾ, ਉਹਦੀ ਵੈਲਿਡਿਟੀ ਉਹ ਖਤਮ ਹੋ ਜਾਂਦਾ। ਓਕੇ, ਪਰ ਜਦੋਂ OCI ਨਹੀਂ ਹੁੰਦਾ, ਆਬਵੀਅਸਲੀ ਟਰੈਵਲ ਕਰਨ ਵਾਸਤੇ ਫਿਰ ਸਾਨੂੰ ਵੀਜ਼ਾ ਹੀ ਲੈਣਾ ਪੈਂਦਾ ਆ। ਹਾਂ, ਇੰਡੀਆ ਦਾ ਤੁਸੀਂ ਵੀਜ਼ਾ, ਜੇ ਤੁਹਾਡੇ ਕੋਲ OCI ਨਹੀਂ ਹੈ ਨਾ, ਕਈਆਂ ਦੇ ਨਾ, ਕਈ ਜਿੱਦਾਂ ਇੰਡੀਅਨ ਓਰੀਜਨ ਦੇ ਹੈ, ਮਗਰ ਉਹ ਪ੍ਰੂਫ ਨਹੀਂ ਕਰ ਸਕਦੇ ਕਿ ਉਹ ਇੰਡੀਅਨ ਓਰੀਜਨ ਹੈ, ਜਾਂ ਫਿਰ ਉਹਨਾਂ ਦੇ ਪੇਰੈਂਟਸ ਇੰਡੀਅਨ ਸੀਗੇ, ਪੇਰੈਂਟਸ ਦੇ ਪਾਸਪੋਰਟਸ ਨਹੀਂ ਹੈਗੇ। ਸੋ ਉਸ ਕੇਸ ਵਿੱਚ ਇਹੀ ਹੁੰਦਾ ਹੈ ਕਿ ਤੁਸੀਂ ਵੀਜ਼ਾ ਲੈ ਕੇ ਟਰੈਵਲ ਕਰ ਸਕਦੇ ਹੋ। ਔਰ ਜਦੋਂ ਆਪਾਂ ਵੀਜ਼ਾ ਤੋਂ ਇਲਾਵਾ ਜਿਹੜਾ ਐਮਬੈਸੀ ਜਾ ਕੇ, ਵਾਟ ਇਜ਼ ਦ ਡਿਫਰੈਂਸ? ਸੋ 2-3 ਤਰੀਕੇ ਦੇ ਵੀਜ਼ੇ ਹੁੰਦੇ ਆ। ਸਭ ਤੋਂ ਆਸਾਨ ਜਿਹੜਾ ਉਹ ਵੀਜ਼ਾ ਹੁੰਦਾ ਹੈ, ਠੀਕ ਹੈ। ਉਸ ਤੋਂ ਇਲਾਵਾ ਇੱਕ ਪੇਪਰ ਵੀਜ਼ਾ ਹੁੰਦਾ ਹੈ, ਠੀਕ ਹੈ, ਕਿਉਂਕਿ ਏਦਾਂ ਹੁੰਦਾ ਕਿ ਜੇ ਤੁਹਾਡੇ ਕੋਲ ਵੀਜ਼ਾ ਹੈ ਨਾ, ਤੇ ਤੁਸੀਂ ਦੁਬਾਰਾ ਉਹਨੂੰ ਅਪਲਾਈ ਨਹੀਂ ਕਰ ਸਕਦੇ। ਬਾਈ ਚਾਂਸ ਕੁਝ ਡੇਟਸ ਗਲਤ ਅਪਲਾਈ ਹੋ ਗਈ ਹੈ, ਜਾਂ ਉਹ ਸਟਾਰਟ ਲੇਟ ਹੋ ਰਿਹਾ ਹੈਗਾ ਵੀਜ਼ਾ, ਮਗਰ ਉਸ ਕੇਸ ਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਕਿ ਯੂ ਕੈਨ ਗੋ ਫॉर ਪੇਪਰ ਵੀਜ਼ਾ। ਨਾਓ ਪੇਪਰ ਵੀਜ਼ਾ ਇਹ ਹੁੰਦਾ ਹੈ ਕਿ ਤੁਸੀਂ 6 ਮਹੀਨੇ ਦਾ ਹੁੰਦਾ ਉਹ, ਸੋ ਉਹ ਤੁਹਾਨੂੰ ਐਪਲੀਕੇਸ਼ਨ ਲੈ ਕੇ ਜਾਣੀ ਪੈਂਦੀ VFS ਭਰ ਕੇ ਕੁਝ ਡਾਕੂਮੈਂਟਸ ਦੇ ਨਾਲ, ਔਰ ਫਿਰ ਤੁਹਾਨੂੰ ਉਹ 2 ਤੋਂ 3 ਹਫ਼ਤੇ ਦੇ ਵਿੱਚ ਉਹ, ਕਿਉਂਕਿ ਉਹ ਨਾ ਐਂਡੋਸ ਹੋ ਕੇ ਆਉਂਦਾ ਤੁਹਾਡੇ ਪਾਸਪੋਰਟ ਤੇ, ਸੋ ਤੁਹਾਨੂੰ ਪਾਸਪੋਰਟ ਰੱਖਣਾ ਪੈਂਦਾ ਹੈ, ਉਹ VFS ਵਾਲੇ ਰੱਖ ਲੈਂਦੇ ਆ, ਤੇ ਤੁਹਾਡੇ ਪਾਸਪੋਰਟ ਤੇ ਉਹ ਸਟicker ਲੱਗ ਕੇ ਤੇ ਉਹ ਵੀਜ਼ਾ ਤੁਹਾਨੂੰ ਮਿਲ ਜਾਂਦਾ, ਉਹਨੂੰ ਉਹ ਪੇਪਰ ਵੀਜ਼ਾ ਕਹਿੰਦੇ ਆ। ਐਮਰਜੈਂਸੀ ਵੀਜ਼ਾ ਰੀਮਾ ਜੀ ਏਦਾਂ ਹੁੰਦਾ ਹੈ ਕਿ ਅਗਰ ਤੇ ਜਿੱਦਾਂ ਤੁਹਾਨੂੰ ਸੇਮ ਡੇ ਵੀਜ਼ਾ ਚਾਹੀਦਾ ਹੈ, ਫੋਰ ਐਗਜ਼ਾਮਪਲ ਕੋਈ ਫੈਮਿਲੀ ਵਿੱਚ ਡੈਥ ਹੋ ਗਈ, ਫੋਰ ਐਗਜ਼ਾਮਪਲ ਕੋਈ ਵੀ ਐਮਰਜੈਂਸੀ ਹੈ ਕਿ ਤੁਸੀਂ ਇਮੀਡੀਏਟਲੀ ਟਰੈਵਲ ਕਰਨਾ ਹੀ ਕਰਨਾ ਹੈ, ਰਾਈਟ। ਉਸ ਕੇਸ ਵਿੱਚ ਏਦਾਂ ਹੁੰਦਾ ਹੈ ਕਿ ਤੁਹਾਨੂੰ ਇੱਕ ਪ੍ਰੂਫ ਚਾਹੀਦਾ ਹੁੰਦਾ ਹੈ, ਫੋਰ ਐਗਜ਼ਾਮਪਲ ਇਸ ਡੈਥ ਇਨ ਫੈਮਿਲੀ, ਤੇ ਤੁਸੀਂ ਇੱਕ ਡੈਥ ਸਰਟੀਫਿਕੇਟ ਮੰਗਾ ਕੇ, ਤੇ ਉਹਦੇ ਨਾਲ ਤੁਸੀਂ ਆਪਣੇ ਡਾਕੂਮੈਂਟਸ ਔਰ ਪਾਸਪੋਰਟ ਲੈ ਕੇ, ਯੂ ਹੈਵ ਟੂ ਰਿੰਗ ਹਾਈ ਕਮਿਸ਼ਨ ਆਫ ਇੰਡੀਆ HCI, ਐਂਡ ਤੁਹਾਨੂੰ ਆਪਣੇ ਡਾਕੂਮੈਂਟਸ ਉੱਥੇ ਲੈ ਕੇ ਜਾਣੇ ਪੈਂਦੇ ਆ, ਤੇ ਉਹ ਸੇਮ ਟਾਈਮ ਤੇ ਡਿਪੈਂਡਿੰਗ ਔਨ ਯੂਰ ਐਮਰਜੈਂਸੀ ਸੇਮ ਟਾਈਮ ਤੇ ਤੁਹਾਨੂੰ ਸੇਮ ਡੇ ਵੀਜ਼ਾ ਦੇ ਦਿੰਦੇ ਹੈਗੇ। ਔਰ ਆਫ ਕੋਰਸ OCI ਦੇ ਨਾਲ ਵੀ, ਐਂਡ OCI ਦੇ ਨਾਲ, ਪੈਨ ਕਾਰਡਸ ਦੇ ਨਾਲ ਅਸੀਂ ਤੁਹਾਨੂੰ ਹੈਲਪ ਕਰ ਸਕਦੇ ਹੈਗੇ ਆ। ਆਧਾਰ ਕਾਰਡ ਜਿਹੜਾ ਹੈ ਉਹ ਵੀ ਕਈ ਲੋਕ ਕਨਫਿਊਜ਼ ਹੋ ਜਾਂਦੇ ਆ ਕਿ ਸਾਨੂੰ ਚਾਹੀਦਾ ਕਿ ਨਹੀਂ ਚਾਹੀਦਾ, ਮਗਰ ਯੂਜੂਅਲੀ ਜ਼ਿਆਦਾ ਚੀਜ਼ਾਂ ਵਾਸਤੇ ਨਾ ਤੁਹਾਨੂੰ ਪੈਨ ਹੀ ਚਾਹੀਦਾ ਹੈ। ਜਿਹੜੇ ਫੋਰਨ ਨੈਸ਼ਨਲਸ ਹੈ ਉਹਨਾਂ ਨੂੰ ਆਧਾਰ ਕਾਰਡ ਦਾ ਕੋਈ ਮਤਲਬ ਨਹੀਂ ਹੈਗਾ।
ਕਈ ਨਾ ਬੈਂਕ ਬੜਾ ਕਨਫਿਊਜ਼ ਕਰ ਦਿੰਦੇ ਆ ਜਦੋਂ ਤੁਸੀਂ ਇੰਡੀਆ ਜਾਂਦੇ ਹੋ ਤੇ ਜਿਹੜੇ ਉਹਦੇ ਦੇ ਉਹ ਬੈਂਕ ਵਾਲੇ ਉਹ ਕਹਿੰਦੇ ਆਧਾਰ ਲੈ ਕੇ ਆਓ ਆਧਾਰ ਲੈ ਕੇ ਹਾਂਜੀ ਆਓ ਹਾਲਾਂਕਿ ਜਿਹੜੇ ਫੋਰਨ ਨੈਸ਼ਨਲਸ ਹੈ ਉਹਨਾਂ ਨੂੰ ਆਧਾਰ ਕਾਰਡ ਨਹੀਂ ਚਾਹੀਦਾ ਹੈ ਇਟਸ ਓਨਲੀ ਫॉर ਇੰਡੀਅਨ ਨੈਸ਼ਨਲਸ ਕਿ ਉਹਨਾਂ ਨੂੰ ਆਧਾਰ ਕਾਰਡ ਚਾਹੀਦਾ ਹੁੰਦਾ ਹੈ ਤੇ ਤੁਸੀਂ ਜ਼ਰੂਰ ਜਿਹੜੇ ਕੋਈ ਬੈਂਕ ਵਾਲੇ ਆ ਕੋਈ ਵੀ ਤੁਹਾਨੂੰ ਕਹਿ ਰਿਹਾ ਆਧਾਰ ਲਿਆਉਣ ਵਾਸਤੇ always argue with them tell them it's not needed ਉਹ ਫਿਰ ਸਮਝ ਜਾਂਦੇ then they check ਮੇਬੀ ਇਟਸ ਅ ਟਾਈਪ ਆਫ ਅਕਾਊਂਟ ਹਾਂ ਕਿਸੇ ਵੇਲੇ ਖਿਆਲ ਰੱਖਣਾ ਟਾਈਪ ਆਫ ਅਕਾਊਂਟ ਵੀ ਵੈਸੇ ਆਧਾਰ ਜਿਹੜੇ ਫੋਰਨ ਨੈਸ਼ਨਲ ਹੈ ਨਾ you don't need anything ਆਧਾਰ for anything you need PAN card ਜੇ ਤੁਸੀਂ ਪ੍ਰਾਪਰਟੀ you're selling buying ਬੈਂਕ ਅਕਾਊਂਟ ਤੁਸੀਂ ਚਲਾ ਰਹੇ ਹੈਗੇ ਹੋ ਜਿੱਦਾਂ ਸਾਡਾ ਨੈਸ਼ਨਲ ਇੰਸ਼ੋਰੈਂਸ ਹੈ ਉਹਦਾ ਇੰਡੀਆ ਦਾ PAN ਕਾਰਡ ਹੈ ਉਹ ਤੁਹਾਨੂੰ ਚਾਹੀਦਾ ਹੁੰਦਾ ਹੈ ਜਿਹਨੂੰ ਪਰਮਨੈਂਟ ਅਕਾਊਂਟ ਨੰਬਰ ਕਹਿੰਦੇ ਆ ਜੀ ਥੈਂਕ ਯੂ ਸੋ ਮਚ ਸਾਰੀ ਇਨਫੋਰਮੇਸ਼ਨ ਵਾਸਤੇ ਵੀ ਇੱਕ ਗੱਲ ਤਾਂ ਹੈਗੀ ਆ ਪੇ ਟਰੈਵਲ ਦੇ ਨਾਲ ਇਹ ਟਰੈਵਲ ਦੇ ਸਾਰੇ ਕੰਮ ਜਿਹੜੇ ਆ ਸਾਡੇ ਬੜੇ ਆਸਾਨੀ ਦੇ ਨਾਲ ਸਮੂਥਲੀ ਹੋ ਜਾਂਦੇ ਆ ਹੈ ਨਾ ਮਨਦੀਪ ਜੀ ਬਿਲਕੁਲ ਰੀਮਾ ਜੀ ਐਂਡ ਸਾਨੂੰ ਸੋਸ਼ਲ ਮੀਡੀਆ ਤੇ ਫੋਲੋ ਕਰ ਸਕਦੇ ਹੋ ਪੇ ਟਰੈਵਲ ਸਾਡਾ ਲੋਗੋ ਫਲੈਗ ਦੇ ਨਾਲ ਹੈ ਤੇ ਉੱਥੇ ਸਾਰੇ ਅਪਡੇਟਸ ਹੁੰਦੇ ਨੇ ਹਾਂਜੀ ਔਰ ਮੇਰੀ ਪੂਰੀ ਕੋਸ਼ਿਸ਼ ਆ ਕਿ ਸ਼ੋਅ ਦੇ ਨਾਲ ਇੰਸਟਾਗ੍ਰam ਤੇ ਵੀ ਮੈਂ ਮਨਦੀਪ ਜੀ ਨੂੰ ਲੈ ਕੇ ਆਵਾਂ ਤੁਸੀਂ ਬਹੁਤ ਛੇਤੀ ਦੇਖੋਗੇ ਤੁਸੀਂ ਫੋਲੋ ਕਰੋ ਇੰਸਟਾਗ੍ਰam ਨੂੰ ਮੈਂ ਮਨਦੀਪ ਜੀ ਨੂੰ ਉੱਥੇ ਲੈ ਕੇ ਆਉਂਦੀ ਆ ਜੀ ਜ਼ਰੂਰ ਜੀ ਥੈਂਕ ਯੂ ਔਰ ਅਗਲੇ ਐਪੀਸੋਡ ਤੇ ਅਸੀਂ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ ਰੀਮਾ ਜੀ